ਹੈਲੋ ਐਂਡ ਵੈਲਕਮ ਟੂ ਮਾਈ ਚੈਨਲ। ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ ਆਪਣਾ ਥਰਡ ਕਿਊ ਕਾਰਡ, ਜਿਹੜਾ ਕਿ ਹੈਗਾ ਡਿਸਕ੍ਰਾਈਬ ਅ ਡਿਫਿਕਲਟ ਟਾਸਕ ਦੈਟ ਯੂ ਕੰਪਲੀਟਡ ਐਟ ਵਰਕ ਐਂਡ ਸਟੱਡੀ ਦੈਟ ਯੂ ਫੈਲਟ ਪ੍ਰਾਊਡ ਆਫ। ਕਿ ਤੁਸੀਂ ਇੱਕ ਇਹੋ ਜਿਹਾ ਡਿਫਿਕਲਟ ਟਾਸਕ ਕੰਪਲੀਟ ਕੀਤਾ ਸੀਗਾ ਆਪਦੇ ਕੰਮ 'ਚ ਜਾਂ ਫਿਰ ਆਪਦੀ ਸਟੱਡੀ ਦੇ ਵਿੱਚ, ਜਿਹਦੇ 'ਤੇ ਤੁਹਾਨੂੰ ਪ੍ਰਾਊਡ ਹੋਵੇ। ਠੀਕ ਹੈ, ਹੁਣ ਇਹਦੇ ਕਿਊਸ ਦਿੱਤੇ ਹੋਏ ਆ। ਵਟ ਦਾ ਟਾਸਕ ਵਾਸ, ਵੀ ਉਹ ਟਾਸਕ ਹੈਗਾ ਕਿਹੜਾ ਸੀਗਾ, ਉਹ ਤੁਸੀਂ ਕਿਵੇਂ ਕੰਪਲੀਟ ਕੀਤਾ, ਉਹ ਟਾਸਕ ਡਿਫਿਕਲਟ ਕਿਉਂ ਸੀ ਅਤੇ ਤੁਹਾਨੂੰ ਪ੍ਰਾਊਡ ਕਿਉਂ ਫੀਲ ਹੋਇਆ। ਠੀਕ ਹੈ, ਤਾਂ ਇਹ ਸੈਪਟੈਂਬਰ ਟੂ ਦਸੰਬਰ 2023 ਦੇ ਜਿਹੜੇ ਕਿਊ ਕਾਰਡਸ ਹੈ ਉਹ ਆਪਾਂ ਫਸਟ ਤੋਂ ਲੈ ਕੇ ਸਾਰੇ ਕਿਊ ਕਾਰਡ ਆਪਾਂ ਕਵਰ ਕੀਤੇ ਆ। ਜਿਵੇਂ ਕਿ ਹੁਣ ਥਰਡ ਕਿਊ ਕਾਰਡ ਹੈ, ਫਸਟ ਸੈਕਿੰਡ ਕਿਊ ਕਾਰਡ ਵੀ ਤੁਸੀਂ ਵੇਖ ਸਕਦੇ ਹੋ। ਜਿਹੜਾ ਸੈਕਿੰਡ ਕਿਊ ਕਾਰਡ ਹੈ ਉਹ ਤਾਂ ਜੰਬੋ ਕਿਊ ਕਾਰਡ ਆਪਾਂ ਬਣਾਇਆ ਹੋਇਆ, ਜਿਹੜਾ ਕਿ ਤੁਸੀਂ ਵੇਖ ਸਕਦੇ ਹੋ। ਉਹਨਾਂ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ। ਮੋਰਓਵਰ ਤੁਹਾਨੂੰ ਪਤਾ ਹੀ ਹੈ ਕਿ ਮੈਂ ਕੈਨੇਡਾ ਦੇ ਵਿੱਚ ਆ ਚੁੱਕਿਆ, ਤਾਂ ਮੈਂ ਇੱਥੇ ਆਪਦਾ ਫਸਟ ਵਲੋਗ ਵੀ ਪਾਤਾ ਹੈ, ਜਿਹੜਾ ਕਿ ਮੇਰਾ ਬੇਸਮੈਂਟ ਦੇ ਰਿਲੇਟਡ ਹੈ ਕਿ ਇੱਥੋਂ ਦੀ ਕਿਹੋ ਜਿਹੇ ਬੇਸਮੈਂਟ ਹੁੰਦੇ ਆ, ਕਿੰਨਾ ਰੈਂਟ ਹੈ, ਕਿਵੇਂ ਮਿਲੀ ਹੈ ਨਾ। ਅਤੇ ਹੋਰ ਬਾਕੀ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ। ਕੈਨੇਡਾ ਦੇ ਰਿਲੇਟਡ ਮੈਂ ਪਾ ਦੂੰਗਾ ਵੀਡੀਓ। ਅਤੇ ਨਾਲੇ ਹੁਣ ਮੇਰੀਆਂ 25 ਤਰੀਕ ਨੂੰ ਕਲਾਸਿਸ ਸਟਾਰਟ ਹੈ, 25 ਸੈਪਟੈਂਬਰ ਨੂੰ। ਅਤੇ ਫਿਰ ਮੈਂ ਆਪਦੀ ਯੂਨੀਵਰਸਿਟੀ ਜਿਹੜੀ ਕਿ ਹੈਗੀ ਹੈ ਯੂਨੀਵਰਸਿਟੀ ਕੈਨੇਡਾ ਵੈਸਟ, ਉੱਥੋਂ ਦੀਆਂ ਵੀ ਵੀਡੀਓਜ਼ ਪਾਊਂਗਾ ਕਿ ਉੱਥੋਂ ਦੇ ਪ੍ਰੋਫੈਸਰ, ਉੱਥੋਂ ਦੀ ਸਟੱਡੀ ਕਿੰਨੀ ਕੁ ਡਿਫੀਕਲਟ ਹੈ ਜਾਂ ਕੀ ਹਿਸਾਬ ਕਿਤਾਬ ਹੈ, ਅਸਾਈਨਮੈਂਟਸ ਕਿਵੇਂ ਬਣਾਉਣੀਆਂ। ਠੀਕ ਹੈ, ਤਾਂ ਉਹ ਸਭ ਕੁਛ ਮੈਂ ਵੀਡੀਓਜ਼ ਪਾਊਂਗਾ। ਤੁਸੀਂ ਮੇਰੇ ਚੈਨਲ ਨਾਲ ਜੁੜੇ ਰਹੋ। ਤਾਂ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਾਈਂਡਲੀ ਸਬਸਕ੍ਰਾਈਬ ਮਾਈ ਚੈਨਲ। ਅਤੇ ਜੇ ਤੁਹਾਨੂੰ ਮੇਰਾ ਕੰਟੈਂਟ ਵਧੀਆ ਲੱਗਦਾ ਤਾਂ ਪਲੀਜ਼ ਲਾਈਕ ਵੀ ਕਰਿਆ ਕਰੋ ਅਤੇ ਸ਼ੇਅਰ ਵੀ ਕਰਿਆ ਕਰੋ ਆਪਦੇ ਫਰੈਂਡਸ ਦੇ ਨਾਲ। ਸੋ ਨਾਓ ਵਿਦਾਊਟ ਵੇਸਟਿੰਗ ਮਚ ਟਾਈਮ ਲੈਟਸ ਸਟਾਰਟ ਆਰ ਵੀਡੀਓ। ਓਕੇ, ਸੋ ਸਭ ਤੋਂ ਪਹਿਲਾਂ ਆਪਣੇ ਕੋਲ ਹੈਗੀ ਆਪਣੀ ਇੰਟਰੋਡਕਸ਼ਨ। ਤੁਹਾਨੂੰ ਪਤਾ ਹੀ ਹੈ ਕਿ ਆਪਣੀ ਇੰਟਰੋਡਕਸ਼ਨ ਜਿਹੜੀ ਸੇਮ ਹੁੰਦੀ ਆ ਹਰ ਇੱਕ ਕਿਊ ਕਾਰਡ ਦੀ। ਆਪਾਂ ਬੀਇੰਗ ਤੋਂ ਸਟਾਰਟ ਕਰਕੇ ਵਰਥ ਮੈਂਸ਼ਨਿੰਗ 'ਤੇ ਐਂਡ ਕਰਦੇ ਹੁੰਦੇ ਆ। ਤੁਹਾਨੂੰ ਜ਼ਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਪਊਗੀ, ਤਾਂ ਤੁਸੀਂ ਇੱਕ ਇੰਟਰੋਡਕਸ਼ਨ ਵੀ ਕਰ ਲਓਗੇ ਤਾਂ ਬਾਕੀ ਸਾਰੇ ਕਿਊ ਕਾਰਡਸ ਦੀ ਇੰਟਰੋਡਕਸ਼ਨ ਕੀ ਆ, ਸੇਮ ਹੋ ਜੂਗੀ। ਬਸ ਕੀ ਆ, ਉਸ ਅਕੋਰਡਿੰਗ ਆਪਾਂ ਆਪਦੀ ਇੰਟਰੋਡਕਸ਼ਨ ਦੇ ਵਰਡਸ ਨੂੰ ਚੇਂਜ ਕਰ ਲੈਣਾ। ਤਾਂ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਬੀਇੰਗ ਅ ਟਫ ਗਾਏ ਆਈ ਲਵ ਟੂ ਡੂ ਡਿਫੀਕਲਟ ਟਾਸਕਸ। ਟਫ ਗਾਏ ਦਾ ਮਤਲਬ ਹੁੰਦਾ ਹੈ ਉਹ ਵਾਲਾ ਬੰਦਾ ਜਿਹਨੂੰ ਡਿਫੀਕਲਟ ਅਤੇ ਔਖੇ ਕੰਮ ਕਰਨੇ ਵਧੀਆ ਲੱਗਦੇ ਹੋਣ। ਠੀਕ ਆ, ਹੁਣ ਇੱਥੇ ਕੀ ਮਤਲਬ ਆ ਕਿ ਟਫ ਗਾਏ ਮਤਲਬ ਉਹ ਵਾਲਾ ਬੰਦਾ ਹੋਣ ਕਰਕੇ ਜਿਹਨੂੰ ਔਖੇ ਕੰਮ ਕਰਨੇ ਵਧੀਆ ਲੱਗਦੇ ਆ, ਉਹ ਵਾਲਾ ਬੰਦਾ ਹੋਣ ਕਰਕੇ ਮੈਨੂੰ ਡਿਫੀਕਲਟ ਟਾਸਕਸ ਮੈਂ ਕਰਦਾ। ਠੀਕ ਆ, ਡਿਊਰਿੰਗ ਮਾਈ ਸਕੂਲ ਡੇਜ਼ ਆਈ ਹੈਂਡਲਡ ਅ ਚੈਲੰਜਿੰਗ ਅਸਾਈਨਮੈਂਟ ਦੈਟ ਇਜ਼ ਵਰਥ ਮੈਨਸ਼ਨਿੰਗ। ਅਤੇ ਮੇਰੇ ਸਕੂਲ ਡੇਜ਼ ਦੀ ਗੱਲ ਆ ਜਦੋਂ ਮੈਂ ਇੱਕ ਚੈਲੰਜਿੰਗ ਅਸਾਈਨਮੈਂਟ ਬਣਾਈ ਸੀਗੀ ਜਾਂ ਫਿਰ ਉਹਨੂੰ ਹੈਂਡਲ ਕੀਤਾ ਸੀਗਾ, ਜਿਹਨੂੰ ਕਿ ਮੈਂ ਅੱਜ ਅੱਗੇ ਦੱਸਣ ਲੱਗਿਆ, ਜਿਹੜੀ ਕਿ ਵਰਥ ਮੈਨਸ਼ਨਿੰਗ ਹੈ। ਠੀਕ ਹੈ, ਮਤਲਬ ਮੈਂ ਇੱਕ ਟਫ ਗਾਏ ਹਾਂ ਅਤੇ ਮੈਨੂੰ ਡਿਫੀਕਲਟ ਟਾਸਕ ਕਰਨਾ ਵਧੀਆ ਲੱਗਦਾ। ਤਾਂ ਸਕੂਲ ਟਾਈਮ ਦੇ ਵਿੱਚ ਮੈਂ ਇੱਕ ਡਿਫੀਕਲਟ ਅਸਾਈਨਮੈਂਟ ਬਣਾਈ ਸੀਗੀ, ਜਿਹੜੀ ਕਿ ਮੈਂ ਤੁਹਾਨੂੰ ਅੱਜ ਅੱਗੇ ਦੱਸਣ ਲੱਗਿਆ ਵਾਂ। ਹੁਣ ਵਟ ਦਾ ਟਾਸਕ ਵਾਸ, ਇਹ ਆਪਣਾ ਫਸਟ ਕਿਊ ਆ, ਤਾਂ ਇਹਦਾ ਆਨਸਰ ਆਪਾਂ ਐਵੇਂ ਦਿੱਤਾ ਹੈ। ਦ ਟਾਸਕ ਵਾਸ ਟੂ ਪ੍ਰੀਪੇਅਰ ਅ ਪ੍ਰੈਜੈਂਟੇਸ਼ਨ ਔਨ ਦੀ ਪ੍ਰੈਸਿੰਗ ਪ੍ਰੋਬਲਮਸ ਔਨ ਦੀ ਪਲੈਨਟ ਅਰਥ। ਆਈ ਹੈਡ ਜਸਟ 2 days ਟੂ ਡੂ ਦੈਟ। ਤਾਂ ਹੁਣ ਜਿਹੜੀ ਉਹ ਟਾਸਕ ਕੀ ਸੀਗਾ ਕਿ ਮੈਂ ਇੱਕ ਪ੍ਰੈਜੈਂਟੇਸ਼ਨ ਬਣਾਉਣੀ ਸੀਗੀ ਪ੍ਰੈਸਿੰਗ ਪ੍ਰੋਬਲਮ ਦੀਆਂ, ਅਰਥ ਦੀਆਂ। ਪ੍ਰੈਸਿੰਗ ਪ੍ਰੋਬਲਮਸ ਮੀਨਸ ਮੇਨ ਪ੍ਰੋਬਲਮਸ ਜਿਹੜੀਆਂ ਕਿ ਪਲੈਨਟ ਅਰਥ ਫੇਸ ਕਰਨ ਡਈ ਆ। ਹੁਣ ਉਸ ਟੋਪਿਕ 'ਤੇ ਮੈਂ ਕੀ ਪ੍ਰੈਜੈਂਟੇਸ਼ਨ ਬਣਾਉਣੀ ਸੀ, ਤਾਂ ਮੇਰੇ ਕੋਲ ਸਿਰਫ 2 ਦਿਨ ਹੀ ਸੀਗੇ। ਤਾਂ ਮਾਈ ਕਲਾਸਮੇਟ ਗੇਵ ਮੀ ਦਿਸ ਟਾਸਕ ਐਂਡ ਡਿਸਪਾਈਟ ਹੈਵਿੰਗ ਐਪਰੀਹੈਂਸ਼ਨਸ ਆਈ ਹੈਡ ਟੂ ਐਕਸੈਪਟ ਇਟ। ਮੇਰੇ ਕਲਾਸਮੇਟ ਨੇ ਮੈਨੂੰ ਇਹ ਟਾਸਕ ਦਿੱਤਾ ਸੀਗਾ ਅਤੇ ਡਿਸਪਾਈਟ ਹੈਵਿੰਗ ਐਪਰੀਹੈਂਸ਼ਨਸ, ਇਹਦਾ ਮਤਲਬ ਹੈ ਕਿ ਮੈਨੂੰ ਡਰ ਹੈਗਾ ਸੀਗਾ, ਭਾਵੇਂ ਕਿ ਮੈਨੂੰ ਡਰ ਹੈਗਾ ਸੀਗਾ ਪਰ ਫਿਰ ਵੀ ਮੈਨੂੰ ਐਕਸੈਪਟ ਕਰਨਾ ਪਿਆ। ਡਿਸਪਾਈਟ ਮੀਨਸ ਭਾਵੇਂ ਕਿ, ਐਪਰੀਹੈਂਸ਼ਨਸ ਮੀਨਸ ਡਰ, ਕਿ ਮੈਨੂੰ ਐਨਜ਼ਾਈਟੀ ਜਾਂ ਫਿਰ ਮੈਨੂੰ ਡਰ ਹੈਗਾ ਸੀਗਾ ਪਰ ਫਿਰ ਵੀ ਮੈਂ ਕੀ ਇਹਨੂੰ ਐਕਸੈਪਟ ਕੀਤਾ ਕਿ ਮੈਂ ਇਹ ਟਾਸਕ ਕਰੂੰਗਾ। ਹੁਣ ਆਪਣਾ ਹੈਗਾ ਨੈਕਸਟ ਕਿਊ, ਦੈਟ ਇਜ਼ ਹਾਊ ਡਿਡ ਯੂ ਕੰਪਲੀਟ ਇਟ। So making a presentation containing more than 50 slides in 2 days requires immaculate planning, and I managed to do that by working with determination, dedication and discipline. ਹੁਣ ਤੁਸੀਂ ਇਹ ਦੱਸਣਾ ਕਿ ਤੁਸੀਂ ਉਹਨੂੰ ਕੰਪਲੀਟ ਕਿਵੇਂ ਕੀਤਾ ਸੀਗਾ। ਤਾਂ ਵੇਖੋ 50 ਸਲਾਈਡਸ ਬਣਾਉਣੀਆਂ 2 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਪਲੈਨਿੰਗ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ। ਤਾਂ ਫਿਰ ਕੀ ਆ, ਉਹਨੂੰ ਕਰਨ ਵਾਸਤੇ ਮੈਂ ਪੂਰਾ ਡਿਟਰਮੀਨੇਸ਼ਨ, ਡੈਡੀਕੇਸ਼ਨ ਅਤੇ ਡਿਸਿਪਲਿਨ ਨਾਲ ਕੰਮ ਕੀਤਾ ਅਤੇ ਮੈਂ ਕੀ ਮੈਨੇਜ ਕਰ ਲਿਆ। ਫਸਟਲੀ ਹੁਣ ਵੇਖੋ ਕੀਤਾ ਕੀ ਇਹ ਦੱਸਦੇ ਹੁਣ ਆਪਾਂ। ਫਸਟਲੀ ਆਈ ਲਿਸਟਡ ਦੀ ਮੇਜਰ ਇਨਵਾਇਰਮੈਂਟਲ ਪ੍ਰੋਬਲਮਸ ਸਚ ਐਜ਼ ਪੋਲਿਊਸ਼ਨ, ਡਿਫੋਰੈਸਟੇਸ਼ਨ, ਸੋਇਲ ਡਿਗਰੇਡੇਸ਼ਨ ਐਟਸੈਕਟਰਾ। ਸਭ ਤੋਂ ਪਹਿਲਾਂ ਤਾਂ ਮੈਂ ਹੁਣ ਵੇਖੋ ਇਨਵਾਇਰਮੈਂਟ ਪ੍ਰੋਬਲਮਸ ਬਾਰੇ ਦੱਸਣਾ ਸੀਗਾ, ਤਾਂ ਪ੍ਰੋਬਲਮਸ ਦੀ ਲਿਸਟ ਬਣਾਈ ਸਭ ਤੋਂ ਪਹਿਲਾਂ। ਤਾਂ ਪ੍ਰੋਬਲਮਸ ਹੈਗੀਆਂ ਕਿਹੜੀਆਂ ਸੀਗੀਆਂ, ਪੋਲਿਊਸ਼ਨ ਸੀ, ਡਿਫੋਰੈਸਟੇਸ਼ਨ ਸੀ, ਸੋਇਲ ਡਿਗਰੇਡੇਸ਼ਨ ਸੀ, ਇਹ ਸਭ ਪ੍ਰੋਬਲਮਸ ਦੀ ਮੈਂ ਲਿਸਟ ਬਣਾਈ। ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ, ਆਫਟਰ ਦੈਟ ਆਈ ਰੋਟ ਦੀ ਰੀਜ਼ਨਸ ਐਂਡ ਸੋਲਿਊਸ਼ਨ ਫॉर ਦੀਜ਼ ਇਸ਼ੂਜ਼। ਪਹਿਲਾਂ ਮੈਂ ਲਿਸਟ ਬਣਾ ਲਈ, ਫਿਰ ਮੈਂ ਉਹਦੇ ਰੀਜ਼ਨ ਵੀ ਲਿਖ ਲਏ ਕਿ ਰੀਜ਼ਨ ਕੀ ਆ, ਅਤੇ ਫਿਰ ਮੈਂ ਉਹਦੇ ਸੋਲਿਊਸ਼ਨ ਵੀ ਲਿਖ ਲਏ। ਆਫਟਰ ਦੈਟ ਆਈ ਮੈਨਸ਼ਨਡ ਹਾਊ ਆਲ ਦੀ ਸੈਕਸ਼ਨਸ ਆਫ ਸੁਸਾਇਟੀ ਕੈਨ ਵਰਕ ਇਨ ਟੈਂਡਮ ਟੂ ਮਿਨੀਮਾਈਜ਼ ਦੀ ਡੈਮੇਜ ਕਾਸਡ ਬਾਈ ਦੀਜ਼ ਇਸ਼ੂਜ਼।
ਤੇ ਉਸ ਤੋਂ ਬਾਅਦ ਫਿਰ ਮੈਂ ਇਹ ਵੀ ਮੈਂਸ਼ਨ ਕੀਤਾ ਕਿ ਜਿਹੜੀ ਸੁਸਾਇਟੀ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹ ਇਹਨੂੰ ਕਿਵੇਂ ਟੈਂਡਮ ਮੀਨਸ ਟੁਗੈਦਰ ਜਿਹੜੇ ਕੰਮ ਕਰਕੇ ਟੁਗੈਦਰ ਵਰਕ ਕਰਕੇ ਜਿਹੜੇ ਸੁਸਾਇਟੀ ਦੇ ਲੋਕ ਇਸ ਜਿਹੜੀਆਂ ਵੀ ਪ੍ਰੋਬਲਮਸ ਨੇ ਡੈਮੇਜ ਕਾਜ਼ ਕੀਤਾ ਉਹਨੂੰ ਕਿਵੇਂ ਮਿਨੀਮਾਈਜ਼ ਕਰ ਸਕਦੇ ਆ। ਠੀਕ ਹੈ, ਸਭ ਤੋਂ ਪਹਿਲਾਂ ਮੈਂ ਲਿਸਟ ਬਣਾ ਲਈ, ਫਿਰ ਮੈਂ ਰੀਜ਼ਨ ਤੇ ਕਾਜ਼ ਲਿਖ ਲਏ, ਸੋਲਿਊਸ਼ਨ ਲਿਖ ਲਿਆ। ਉਸ ਤੋਂ ਬਾਅਦ ਫਿਰ ਮੈਂ ਇਹ ਦੱਸਦਾ ਕਿ ਜਿਹੜੇ ਸੁਸਾਇਟੀ ਦੇ ਲੋਕ ਆ ਉਹ ਕੰਮ ਕਿਵੇਂ ਕਰ ਸਕਦੇ ਆ ਇਹਨੂੰ ਘਟਾਉਣ ਵਿੱਚ। ਉਸ ਤੋਂ ਬਾਅਦ ਹੈਗਾ ਲਾਸਟਲੀ ਆਈ ਰੋਟ ਅਬਾਊਟ ਹਾਊ ਥੀਸ ਪ੍ਰੋਬਲਮਸ ਅਫੈਕਟ ਨਾਟ ਓਨਲੀ ਦੀ ਕਰੰਟ ਜਨਰੇਸ਼ਨ ਬਟ ਆਲਸੋ ਫਿਊਚਰ ਜਨਰੇਸ਼ਨ। ਵੇਖੋ ਪਹਿਲਾਂ ਆਪਾਂ ਲਿਖਿਆ ਸੀ ਫਸਟਲੀ, ਸੈਕਿੰਡਲੀ, ਆਫਟਰ ਦੈਟ, ਫਿਰ ਲਾਸਟਲੀ, ਇਹ ਸਾਰੇ ਕਨੈਕਟਰਸ ਆ, ਇਹਨਾਂ ਨੂੰ ਆਪਾਂ ਯੂਜ਼ ਕਰਨਾ ਹੁੰਦਾ, ਇਹਦੇ ਨਾਲ ਆਪਣੇ ਵਧੀਆ ਬੈਂਡ ਆਉਂਦੇ ਆ। ਤੇ ਨਾਲ ਹੁਣ ਵੇਖੋ ਲਾਸਟਲੀ ਦੇ ਵਿੱਚ ਆਪਾਂ ਨਾਟ ਓਨਲੀ ਤੇ ਬਟ ਆਲਸੋ ਵਾਲਾ ਕੰਪਲੈਕਸ ਸਟਰਕਚਰ ਵੀ ਯੂਜ਼ ਕੀਤਾ। ਮੈਂ ਤੁਹਾਨੂੰ ਇਹੀ ਹਮੇਸ਼ਾ ਦੱਸਦਾ ਹੁੰਦਾ ਕਿ ਕੰਪਲੈਕਸ ਸਟਰਕਚਰ ਯੂਜ਼ ਕਰਿਆ ਕਰੋ ਰੈਦਰ ਦੈਨ ਕੰਪਲੈਕਸ ਵਰਡਸ। ਤਾਂ ਲਾਸਟਲੀ ਕੀ ਹੋਇਆ ਕਿ ਮੈਂ ਇਹ ਵੀ ਦੱਸਿਆ ਕਿ ਇਹੋ ਜਿਹੜੀਆਂ ਪ੍ਰੋਬਲਮਸ ਹੈਗੀਆਂ ਨੇ ਇਹ ਸਿਰਫ ਕਰੰਟ ਜਨਰੇਸ਼ਨ ਨੂੰ ਹੀ ਨਹੀਂ ਪ੍ਰੋਬਲਮਸ ਕ੍ਰੀਏਟ ਕਰ ਰਹੀਆਂ ਬਟ ਆਲਸੋ ਫॉर ਦੀ ਫਿਊਚਰ ਜਨਰੇਸ਼ਨ। ਹੁਣ ਵਾਈ ਦੀ ਟਾਸਕ ਵਾਜ਼ ਡਿਫੀਕਲਟ, ਹੁਣ ਨੈਕਸਟ ਕਿਉਂ ਹੈਗਾ ਆਪਣਾ, ਦ ਟਾਸਕ ਵਾਜ਼ ਡਿਫੀਕਲਟ ਬਿਕੋਜ਼ ਦੀ ਟੋਪਿਕ ਆਈ ਪ੍ਰੋਵਾਈਡਡ ਨੀਡਿਡ ਰਿਸਰਚ ਐਂਡ ਆਈ ਨੀਡਿਡ ਮੋਰ ਟਾਈਮ ਫॉर ਦੈਟ। ਹੁਣ ਇਹ ਮੇਰੇ ਵਾਸਤੇ ਡਿਫੀਕਲਟ ਟਾਸਕ ਤਾਂ ਸੀਗਾ ਕਿਉਂਕਿ ਮੈਨੂੰ ਇਹਦੇ ਵਾਸਤੇ ਰਿਸਰਚ ਵੀ ਕਰਨੀ ਪੈਣੀ ਸੀ ਅਤੇ ਮੈਨੂੰ ਟਾਈਮ ਵੀ ਹੋਰ ਜ਼ਿਆਦਾ ਚਾਹੀਦਾ ਸੀ, ਪਰ ਮੇਰੇ ਕੋਲ ਸਿਰਫ 2 ਦਿਨ ਹੀ ਸੀ। ਇਸ ਕਰਕੇ ਘੱਟ ਟਾਈਮ ਦੇ ਵਿੱਚ ਰਿਸਰਚ ਵੀ ਕਰਨੀ ਸੀ ਅਤੇ ਟੌਪਿਕ ਵੀ ਤਿਆਰ ਕਰਨਾ ਸੀ, ਇਸ ਕਰਕੇ ਮੇਰੇ ਵਾਸਤੇ ਡਿਫੀਕਲਟ ਟਾਸਕ ਸੀਗਾ। ਮੋਰਓਵਰ ਦੇਰ ਵਾਜ਼ ਨੋ ਵਨ ਟੂ ਸਪੋਰਟ ਮੀ ਸੋ ਆਈ ਹੈਡ ਟੂ ਡੂ ਇਟ ਅਲੋਨ। ਅਤੇ ਦੂਜੀ ਗੱਲ ਇਹ ਹੈ ਕਿ ਮੈਂ ਇਕੱਲਾ ਹੀ ਸੀਗਾ ਸਾਰਾ ਕੁਛ ਕਰਨ ਵਾਲਾ, ਮਤਲਬ ਮੈਨੂੰ ਕੋਈ ਵੀ ਸਪੋਰਟ ਕਰਨ ਵਾਲਾ ਹੈ ਨਹੀਂ ਸੀਗਾ, ਇਕੱਲੇ ਹੀ ਸਾਰਾ ਕੁਛ ਕਰਨਾ ਸੀ, ਇਸ ਕਰਕੇ ਕੀ ਆ ਮੇਰੇ ਵਾਸਤੇ ਡਿਫੀਕਲਟ ਬਣ ਗਿਆ। ਹੁਣ ਉਸ ਤੋਂ ਬਾਅਦ ਹੈਗਾ ਆਪਣਾ ਲਾਸਟ ਵਾਲਾ ਕਿਉਂ, ਵਾਈ ਯੂ ਵਰ ਪ੍ਰਾਊਡ ਆਫ ਦੀ ਕੰਪਲੀਸ਼ਨ ਆਫ ਦੀ ਟਾਸਕ। ਫਿਰ ਜਦੋਂ ਤੁਸੀਂ ਟਾਸਕ ਨੂੰ ਕੰਪਲੀਟ ਕਰ ਲਿਆ ਅਤੇ ਤੁਹਾਨੂੰ ਪ੍ਰਾਊਡ ਕਿਉਂ ਫੀਲ ਹੋਇਆ ਤੁਸੀਂ ਇਹ ਦੱਸਣਾ। ਤਾਂ ਆਫਟਰ ਦੀ ਸਕਸੈਸਫੁਲ ਕੰਪਲੀਸ਼ਨ ਆਫ ਦੀ ਟਾਸਕ ਆਈ ਵਾਜ਼ ਔਨ ਕਲਾਊਡ 9 ਬਿਕੋਜ਼ ਮਾਈ ਪ੍ਰੈਜੈਂਟੇਸ਼ਨ ਹੈਲਪਡ ਮੀ ਟੂ ਕਮ ਆਊਟ ਫਸਟ ਇਨ ਦੀ ਕੰਪੀਟੀਸ਼ਨ ਔਰਗਨਾਈਜ਼ਡ ਬਾਈ ਆਰ ਸਕੂਲ। ਠੀਕ ਆ, ਫਿਰ ਜਦੋਂ ਮੇਰੀ ਜਿਹੜੀ ਟਾਸਕ ਕੰਪਲੀਟ ਹੋ ਗਿਆ ਸੀਗਾ, ਠੀਕ ਆ, ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਸੀਗਾ, ਮੈਂ ਕਲਾਊਡ 9 'ਤੇ ਸੀਗਾ ਕਿਉਂਕਿ ਇਸ ਕੰਪੀਟੀਸ਼ਨ ਨੇ ਕੀ ਕੀਤਾ ਮੈਨੂੰ ਫਸਟ, ਇਸ ਕੰਪੀਟੀਸ਼ਨ ਦੇ ਜ਼ਰੀਏ ਮੈਂ ਫਸਟ ਆਇਆ ਜਿਹੜਾ ਕਿ ਸਾਡੇ ਸਕੂਲ ਦੇ ਦੁਆਰਾ ਔਰਗਨਾਈਜ਼ ਕੀਤਾ ਸੀਗਾ। ਠੀਕ ਆ, ਐਂਡ ਡਿਊ ਟੂ ਮਾਈ ਐਫਰਟਸ ਮਾਈ ਕਲਾਸ ਗੋਟ ਦੀ ਟਰੋਫੀ। ਫਿਰ ਕੀ ਆ, ਮੇਰੇ ਐਫਰਟਸ ਕਰਕੇ ਮੇਰੀ ਸਾਰੀ ਕਲਾਸ ਨੂੰ ਟਰੋਫੀ ਮਿਲੀ। ਆਲ ਮਾਈ ਕਲਾਸਮੇਟਸ ਵਰ ਪ੍ਰਾਊਡ ਆਫ ਮੀ। ਤਾਂ ਫਿਰ ਕੀ ਆ, ਮੇਰੇ ਸਾਰੇ ਕਲਾਸਮੇਟਸ ਮੇਰੇ 'ਤੇ ਪ੍ਰਾਊਡ ਫੀਲ ਕਰਨ ਦੇ ਸੀਗੇ। ਐਂਡ ਦੀ ਐਪਰੀਸੀਏਸ਼ਨ ਆਈ ਰਿਸੀਵਡ ਦੈਟ ਡੇ ਫਰੋਮ ਮਾਈ ਨੀਅਰ ਐਂਡ ਡੀਅਰ ਵਨਸ ਵਿਲ ਆਲਵੇਜ਼ ਰਿਮੇਨ ਐਸਟ ਇਨ ਮਾਈ ਮੈਮਰੀਜ਼। ਅਤੇ ਉਸ ਦਿਨ ਜਿਹੜੀ ਮੈਨੂੰ ਐਪਰੀਸੀਏਸ਼ਨ, ਜਿਹੜੀ ਮੈਨੂੰ ਖੁਸ਼ੀ ਅਤੇ ਜਿਹੜੀ ਮੈਨੂੰ ਮਤਲਬ ਉਹ ਮਿਲਿਆ ਹੈ ਨਾ, ਉਹ ਮੈਨੂੰ ਕੀ ਆ ਹਮੇਸ਼ਾ ਯਾਦ ਰਹੂਗਾ। ਠੀਕ ਆ, ਕਿ ਮੈਨੂੰ ਸਕਸੈਸਫੁਲ ਮੇਰੇ ਕੰਪਲੀਸ਼ਨ ਹੋ ਗਿਆ ਸੀ ਟਾਸਕ ਦਾ, ਮੈਂ ਕਲਾਊਡ 9 'ਤੇ ਆ ਗਿਆ ਸੀਗਾ ਅਤੇ ਮੈਨੂੰ ਫਸਟ ਪੋਜੀਸ਼ਨ ਆ ਗਈ ਮੇਰੀ। ਫਿਰ ਮੇਰੀ ਸਾਰੀ ਕਲਾਸ ਨੂੰ ਟਰੋਫੀ ਮਿਲੀ ਮੇਰੇ ਕਰਕੇ, ਅਤੇ ਜਿਹਦੇ ਕਰਕੇ ਮੇਰੇ ਸਾਰੇ ਕਲਾਸਮੇਟਸ ਮੇਰੇ 'ਤੇ ਪ੍ਰਾਊਡ ਵੀ ਫੀਲ ਕਰਨ ਡਏ ਸੀਗੇ ਅਤੇ ਮੈਨੂੰ ਕੀ ਆ ਯਾਦਾਂ ਦੇ ਵਿੱਚ ਮੈਨੂੰ ਕੀ ਆ ਹਮੇਸ਼ਾ ਯਾਦ ਰਹੂਗਾ। ਸੋ ਇਟ ਵਾਜ਼ ਆਲ ਅਬਾਊਟ ਆਵਰ ਕਿਊ ਕਾਰਡ ਐਂਡ ਇਹਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਕਵਰ ਕੀਤਾ। ਜੇ ਤੁਹਾਨੂੰ ਕੰਟੈਂਟ ਵਧੀਆ ਲੱਗਿਆ ਹੋਵੇ ਤਾਂ ਪਲੀਜ਼ ਲਾਈਕ, ਸਬਸਕ੍ਰਾਈਬ ਐਂਡ ਸ਼ੇਅਰ ਵਿਦ ਯੂਰ ਫਰੈਂਡਸ। ਥੈਂਕ ਯੂ ਫॉर ਵਾਚਿੰਗ।